ਨਿਰਵੈਰ ਟੀਵੀ ਦੇ ਨਾਲ ਜੁੜ ਚੁੱਕੇ ਸਭ ਦਰਸ਼ਕਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਪਤਾ ਹੈ ਕਿ ਜੋ ਪਿਛਲੇ ਲਗਭਗ 1 ਮਹੀਨੇ ਤੋਂ ਉੱਪਰ ਹੋ ਚੁੱਕਾ ਹੈ, ਲਾਕਡਾਊਨ ਚੱਲਦਾ ਪਿਆ ਹੈ। ਕਰੋਨਾ ਵਾਇਰਸ ਦਾ ਕਰਕੇ ਅਨੇਕਾਂ ਹੀ ਲੋਕ ਪ੍ਰਭਾਵਿਤ ਹੋਏ ਨੇ, ਪਰ ਸਭ ਤੋਂ ਜ਼ਿਆਦਾ ਜੋ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਆਪਾਂ ਗੱਲ ਕਰੀਏ, ਉਹ ਹੈ ਮਜ਼ਦੂਰ। ਔਰ ਅੱਜ ਮਜ਼ਦੂਰ ਦਿਵਸ ਵੀ ਹੈ। ਆਪਾਂ ਮਜ਼ਦੂਰ ਦਿਵਸ 'ਤੇ ਮਜ਼ਦੂਰਾਂ 'ਤੇ ਗੱਲਬਾਤ ਕਰਾਂਗੇ। ਮੇਰੇ ਨਾਲ ਬੈਠੇ ਨੇ ਸਰਦਾਰ ਹਰਭਜਨ ਸਿੰਘ ਜੀ ETO, ਆਮ ਆਦਮੀ ਪਾਰਟੀ ਦੇ, ਜਿਨ੍ਹਾਂ ਨੇ ਪਿੱਛੇ ਚੋਣ ਵੀ ਲੜੀ ਹੈ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਰ, ਆਪ ਨੂੰ ਵੀ ਪਤਾ ਹੈ ਕਿ ਅੱਜ ਮਜ਼ਦੂਰ ਦਿਵਸ ਹੈ ਔਰ ਪਿਛਲੇ ਜੋ ਸਮੇਂ ਦੌਰਾਨ ਲਗਭਗ 1 ਮਹੀਨੇ ਤੋਂ ਉੱਪਰ ਲਾਕਡਾਊਨ ਹੋ ਗਿਆ ਹੈ। ਅੱਜ ਜੋ ਮਜ਼ਦੂਰ ਦੇ ਹਾਲਾਤ ਨੇ ਉਹ ਕਿਵੇਂ ਦੇਖਦੇ ਹੋ ਤੁਸੀਂ, ਕਿ ਕੀ ਹਾਲਾਤ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜਿਵੇਂ ਤੁਸੀਂ ਦੱਸਿਆ, ਅੱਜ ਮਜ਼ਦੂਰ ਦਿਵਸ ਆ ਔਰ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਹੋਇਆਂ ਇਹ ਇੱਕ ਉਹ ਵਰਗ ਆ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ। ਔਰ ਇਸ ਵਰਗ ਨੇ, ਕਿਰਤੀ ਵਰਗ ਨੇ ਸਾਡੇ ਪੂਰੇ ਸਮਾਜ ਨੂੰ ਬਹੁਤ ਵੱਡੀਆਂ ਦੇਣਾਂ ਦਿੱਤੀਆਂ ਨੇ, ਕੰਟਰੀਬਿਊਸ਼ਨਸ ਨੇ ਬਹੁਤ ਜ਼ਿਆਦੀਆਂ। ਜਿੱਥੇ ਵੀ ਸਾਡੇ ਕੋਲ ਅੱਜ ਜੇ ਲੱਖਾਂ ਮੀਟ੍ਰਿਕ ਟਨ ਅਨਾਜ ਦਾ ਭੰਡਾਰ ਆ, ਅਤੇ ਉਹ ਅਨਾਜ ਦਾ ਭੰਡਾਰ ਇਸ ਹੀ ਕਿਰਤੀ ਵਰਗ ਨੇ ਮਿਹਨਤ ਕਰਕੇ ਭਰਿਆ। ਅੱਜ ਇਸ ਛੱਤ ਦੇ ਹੇਠ ਅਸੀਂ ਬੈਠੇ ਹਾਂ, ਇਹ ਵੀ ਕਿਸੇ ਮਜ਼ਦੂਰ ਵੀਰ ਨੇ ਹੀ ਬਣਾਈ ਆ। ਪਰ ਅੱਜ ਬੜੀ ਤਰਾਸਦੀ ਆ ਕਿ ਉਹੋ ਹੀ ਇੰਨਾ ਮਿਹਨਤੀ ਵਰਗ ਜਿਹਨੇ ਇਹ ਸਾਰਾ ਕੁਝ ਕ੍ਰੀਏਟ ਕੀਤਾ ਹੈ, ਜਿਹਨੇ ਸਾਰਾ ਕੁਝ ਇਹ ਪੈਦਾ ਕੀਤਾ ਹੈ, ਉਹ ਹੀ ਅੱਜ ਕਰੋਨਾ ਮਹਾਂਮਾਰੀ ਦੇ ਵਿੱਚ ਅਨਾਜ ਨੂੰ ਤਰਸ ਰਿਹਾ। ਔਰ ਇਹ ਜਿਹੜੀ ਸਥਿਤੀ ਆ, ਇਹ ਪੂਰੇ ਭਾਰਤ ਦੇ ਵਿੱਚ ਬੜੀ ਗੰਭੀਰ ਸਥਿਤੀ ਬਣੀ ਹੋਈ ਆ। ਭਾਰਤ ਦੇ ਵਿੱਚ ਕੋਈ ਲਗਭਗ 40 ਕੁ ਕਰੋੜ ਜਿਹੜੇ ਮਜ਼ਦੂਰ ਨੇ ਉਹ ਇਸ ਵੇਲੇ ਬੁਰੀ ਤਰ੍ਹਾਂ ਪ੍ਰਭਾਵਿਤ ਨੇ। ਤੁਸੀਂ ਦੇਖਿਆ ਹੋਵੇਗਾ ਪਿੱਛੇ ਕਾਫੀ ਮੁੰਬਈ ਤੋਂ, ਦਿੱਲੀ ਤੋਂ, ਨੋਇਡਾ ਤੋਂ, ਕਈ ਥਾਵਾਂ ਤੋਂ ਪ੍ਰਵਾਸੀ ਮਜ਼ਦੂਰ ਜਿਹੜੇ ਸੀਗੇ ਉਹਨਾਂ ਨੇ ਬਹੁਤ ਮੁਸ਼ਕਲਾਂ ਭਰੇ ਦਿਨ ਕੱਟੇ ਨੇ ਔਰ ਆਪਣੇ ਵਾਪਸ ਸਟੇਟਾਂ ਨੂੰ ਜਾਣ ਦਾ ਉਪਰਾਲਾ ਕੀਤਾ। ਪਰ ਉਸ ਵਿੱਚ ਵੀ ਦੇਖਣ ਦੇ ਵਿੱਚ ਜੋ ਇਹ ਆਇਆ ਕਿ ਤੁਸੀਂ ਰਾਮ ਜੀ ਮਹੰਤੋ ਨੂੰ ਦੇਖਿਆ ਹੋਵੇਗਾ ਕਿ ਉਹ 1100 ਕਿਲੋਮੀਟਰ ਆਪਣੇ ਪਿੰਡ ਨੂੰ ਪੈਦਲ ਹੀ ਤੁਰ ਪਿਆ। 850 ਕਿਲੋਮੀਟਰ ਪੈਂਡਾ ਤੈਅ ਕਰਕੇ ਉਹਦੀ ਮੌਤ ਹੋ ਗਈ। ਇਸ ਤਰ੍ਹਾਂ ਹੀ ਹੋਰ ਵੀ ਕਈ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਨੇ ਜਿਹੜੀਆਂ ਮਜ਼ਦੂਰ ਵਰਗ ਦੇ ਮੁਸ਼ਕਲਾਂ ਨੂੰ ਦਰਸਾਉਂਦੀਆਂ ਨੇ। ਪਰ ਇਹ ਕਰੋਨਾ ਮਹਾਂਮਾਰੀ ਤੋਂ ਪਹਿਲਾਂ ਵੀ ਮਜ਼ਦੂਰ ਦੀ ਦਸ਼ਾ ਕੁਝ ਬੁਨਿਆਦੀ ਢਾਂਚੇ ਨਾ ਹੋਣ ਕਰਕੇ ਇਸ ਤਰ੍ਹਾਂ ਦੀ ਸੀ। ਪਰ ਇਹ ਆ ਕਿ ਸਾਨੂੰ ਉਹਨਾਂ ਦੀਆਂ ਸਮੱਸਿਆਵਾਂ ਸਿੱਧੀ ਤਰ੍ਹਾਂ ਸਮਝ ਨਹੀਂ ਸੀਗੀਆਂ ਆਉਂਦੀਆਂ, ਜਾਂ ਕੋਈ ਜਿਹੜਾ ਖਾਸ ਧਿਆਨ ਰੱਖਦਾ ਸੀਗਾ ਉਹਦੇ ਧਿਆਨ ਦੇ ਵਿੱਚ ਆ ਜਾਂਦੀ ਸੀਗੀ, ਦੂਜੇ 'ਤੇ ਨਹੀਂ ਆਉਂਦੀ ਸੀਗੀ। ਪਰ ਇਹ ਜਿਹੜਾ ਸਮਾਂ ਆ, ਇਹਦੇ ਵਿੱਚ ਮਜ਼ਦੂਰ ਦੀ ਜੋ ਦੁਰਦਸ਼ਾ ਸਾਡੇ ਮੀਡੀਆ ਰਾਹੀਂ ਸਾਡੇ ਸਾਹਮਣੇ ਆਈ ਆ, ਇਹ ਬਹੁਤ ਹੀ ਜ਼ਿਆਦਾ ਦੁਖਦਾਇਕ ਆ। ਔਰ ਇਹਦੇ ਉੱਤੇ ਫੌਰੀ ਤੌਰ 'ਤੇ ਕੁਝ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਆ। ਬਹੁਤ ਸਾਰੇ ਜੋ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ, ਕਲੋਨੀਆਂ ਦੇ ਵਿੱਚ ਮਜ਼ਦੂਰਾਂ ਨੂੰ ਘਰੋਂ ਘਰੀ ਰਾਸ਼ਨ ਪਹੁੰਚਾਇਆ ਜਾ ਰਿਹਾ। ਪਰ ਰਾਸ਼ਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਲੋੜਾਂ ਜੋ ਮਜ਼ਦੂਰਾਂ ਦੀਆਂ ਨੇ। ਮੈਂ ਦੇਖਿਆ ਕਿ 20 ਰੁਪਏ ਇੱਕ ਮਜ਼ਦੂਰ ਕਿਸੇ ਦੇ ਘਰੋਂ ਮੰਗਣ ਗਿਆ ਕਿਉਂਕਿ ਉਹਦੇ ਬੱਚੇ ਨੂੰ ਪਿਲਾਉਣ ਵਾਸਤੇ ਦੁੱਧ ਨਹੀਂ ਸੀ। ਜਿਹੜੀਆਂ ਹੋਰ ਲੋੜਾਂ ਆ, ਉਸ ਦੇ ਸੰਬੰਧ ਦੇ ਵਿੱਚ ਤੁਹਾਡੇ ਖਿਆਲ ਦੇ ਵਿੱਚ ਸਰਕਾਰ ਨੂੰ ਕੀ ਕਰਨਾ ਚਾਹੀਦਾ? ਦੇਖੋ ਜੀ, ਇਹਦੇ ਵਿੱਚ ਇੱਕ ਸਵਾਇਨ ਏਜੰਸੀ ਆ, ਉਹਦੀ ਇੱਕ ਸਰਵੇ ਕੀਤਾ ਪੂਰੇ ਇੰਡੀਆ ਦੇ ਵਿੱਚ ਲਾਕਡਾਊਨ 'ਤੇ ਮਜ਼ਦੂਰਾਂ ਦੀ ਸਥਿਤੀ ਦੇ ਉੱਤੇ ਸਰਵੇ ਕੀਤਾ ਗਿਆ। ਔਰ ਜਿਸ ਦਿਨ ਲਾਕਡਾਊਨ ਕੀਤਾ ਗਿਆ, ਉਸ ਸਰਵੇ ਦੀ ਰਿਪੋਰਟ ਆ ਕਿ ਉਸ ਦਿਨ ਮਜ਼ਦੂਰਾਂ ਕੋਲ 3/4 ਮਜ਼ਦੂਰਾਂ ਕੋਲ ਸਿਰਫ 2 ਦਿਨ ਦਾ ਰਾਸ਼ਨ ਸੀ। ਔਰ ਸਿਰਫ 2 ਦਿਨ ਦੇ ਰਾਸ਼ਨ ਦੇ ਆਧਾਰ 'ਤੇ ਲਾਕਡਾਊਨ ਕਰ ਦੇਣਾ ਔਰ ਉਹ 40 ਕਰੋੜ ਲੋਕਾਂ ਦੇ ਨਾਲ ਇੱਕ ਤਰ੍ਹਾਂ ਦਾ ਬਹੁਤ ਵੱਡਾ ਖਿਲਵਾੜ ਸੀ, ਕਿਉਂਕਿ ਕੋਈ ਨੋਟਿਸ ਨਹੀਂ ਮਿਲਿਆ ਕਿਤੇ ਜਾਣ ਦਾ। ਔਰ ਤੁਸੀਂ ਆਪ ਹੀ ਮਹਿਸੂਸ ਕਰ ਸਕਦੇ ਹੋ ਕਿ ਜੇਕਰ ਸਾਡੇ ਕੋਲ ਸਿਰਫ 2 ਦਿਨ ਦਾ ਰਾਸ਼ਨ ਘਰ ਦੇ ਵਿੱਚ ਹੋਵੇ ਅਤੇ ਉਸ ਤੋਂ ਬਾਅਦ ਲਾਕਡਾਊਨ ਕਰ ਦਿੱਤਾ ਜਾਵੇ ਤਾਂ ਸਾਡੀ ਕੀ ਸਥਿਤੀ ਹੋਏਗੀ। ਔਰ ਉਸ ਮਜ਼ਦੂਰ ਕੋਲ ਤਾਂ ਘਰਾਂ ਦੇ ਵਿੱਚ ਲਾਕਡਾਊਨ ਦੀ ਗੱਲ ਕਰ ਦਿੱਤੀ ਗਈ, ਇਹ ਨਹੀਂ ਦੇਖਿਆ ਗਿਆ ਕਿ ਉਹਨਾਂ ਕੋਲ ਤਾਂ ਘਰ ਵੀ ਨਹੀਂ ਹੈਗੇ, ਉਹ ਕਿੱਥੇ ਲਾਕਡਾਊਨ ਹੋਣਗੇ। ਔਰ ਛੋਟੇ ਛੋਟੇ ਘੁਰਨਿਆਂ ਦੇ ਵਿੱਚ ਪਤਾ ਨਹੀਂ 8-8, 10-10, 20-20 ਬੰਦੇ ਜਿਹੜੇ ਰਹਿ ਰਹੇ ਸੀਗੇ ਉੱਥੇ, ਉਹ ਕਿਵੇਂ ਸੋਸ਼ਲ ਡਿਸਟੈਂਸਿੰਗ ਕਰ ਸਕਦੇ ਸੀਗੇ। ਇਹ ਬੜੀ ਵੱਡੀ ਸਮੱਸਿਆ ਸੀਗੀ। ਔਰ ਸਵਾਇਨ ਨੇ ਇੱਕ ਹੋਰ ਵੀ ਖਦਸ਼ਾ, ਇੱਕ ਰਿਪੋਰਟ ਜਿਹੜੀ ਆ ਉਹ ਦਿੱਤੀ ਆ। ਉਹਦੇ ਵਿੱਚ ਇਸ ਤਰ੍ਹਾਂ ਸੀਗਾ ਕਿ ਹੁਣ ਤੱਕ
ਲਗਭਗ ਕੇਂਦਰ ਤੇ ਪ੍ਰਾਂਤਾਂ ਦੀਆਂ ਸਰਕਾਰਾਂ ਨੇ 350 ਇੱਕ ਆਰਡਰ, ਨਵੇਂ ਆਰਡਰ ਜਾਰੀ ਕੀਤੇ ਨੇ ਮਜ਼ਦੂਰਾਂ ਵਾਸਤੇ। 350 ਨਵੇਂ ਆਰਡਰ। ਔਰ ਉਹਦੇ ਵਿੱਚ ਸਾਡੇ ਕੋਲ ਪਹਿਲਾਂ ਲੇਬਰ ਲਾਜ਼ ਵੀ ਹੈਗੇ ਨੇ, ਫੈਕਟਰੀ ਲਾਜ਼ ਵੀ ਹੈਗੇ ਨੇ, ਪ੍ਰਵਾਸੀ ਮਜ਼ਦੂਰਾਂ ਦੇ ਐਕਟ ਵੀ ਬਣੇ ਹੋਏ ਨੇ। ਸੋ ਇੰਨੇ ਐਕਟ ਜਿਹੜੇ ਪਹਿਲਾਂ ਸੀਗੇ ਉਹਦੇ ਤੋਂ ਇਲਾਵਾ 350 ਨਵਾਂ ਆਰਡਰ ਮਜ਼ਦੂਰਾਂ ਵਾਸਤੇ ਜਾਰੀ ਕਰ ਦਿੱਤਾ ਗਿਆ। ਪਰ ਉਸ ਰਿਪੋਰਟ ਨੇ ਇੱਕ ਸਨਸਨੀਖੇਜ਼ ਖੁਲਾਸਾ ਇਹ ਕੀਤਾ ਹੈ ਕਿ 350 ਨਵੇਂ ਆਰਡਰ ਜਾਰੀ ਕਰਨ ਤੋਂ ਬਾਅਦ ਵੀ 96% ਮਜ਼ਦੂਰਾਂ ਕੋਲ ਰਾਸ਼ਨ ਨਹੀਂ ਪਹੁੰਚਿਆ। ਸੋ ਜਿੱਥੇ ਸਰਕਾਰਾਂ, ਸੂਬਾ ਸਰਕਾਰਾਂ, ਕੇਂਦਰ ਦੀ ਸਰਕਾਰ ਇੰਨੇ ਵੱਡੇ ਆਰਡਰ ਤੇ ਆਰਡਰ ਜਾਰੀ ਕਰੀ ਜਾ ਰਹੀ ਆ, ਪਰ ਗਰਾਊਂਡ ਰਿਐਲਿਟੀ ਤੇ ਜਿਹੜਾ ਆ ਇਹ ਕੁਝ ਨਹੀਂ ਹੋ ਰਿਹਾ। ਸੋ ਸਮੇਂ ਦੀ ਲੋੜ ਇਹ ਆ ਕਿ ਇਸ ਮਜ਼ਦੂਰ ਵਰਗ ਨੂੰ ਬਚਾਉਣ ਵਾਸਤੇ ਠੋਸ ਉਪਰਾਲੇ ਜਿਹੜੇ ਨੇ ਉਹ ਕੀਤੇ ਜਾਣੇ ਚਾਹੀਦੇ ਨੇ। ਨਹੀਂ ਕਿਹੜੇ ਤੁਹਾਡੇ ਖਿਆਲ ਦੇ ਵਿੱਚ ਜਿਹੜੇ ਉਪਰਾਲੇ, ਠੋਸ ਉਪਰਾਲੇ ਕਿਵੇਂ ਦੇ ਹੋਣੇ ਚਾਹੀਦੇ ਆ? ਦੇਖੋ ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਜਿਹੜੇ ਸਾਡੇ ਮਜ਼ਦੂਰ ਨੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ PDS ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਿੱਚ ਆ ਹੀ ਨਹੀਂ ਰਹੇ। ਉਹਨਾਂ ਦੇ ਕੋਲ ਕੋਈ ਰਾਸ਼ਨ ਕਾਰਡ ਨਹੀਂ ਆ, ਖਾਸ ਤੌਰ ਤੇ ਪ੍ਰਵਾਸੀ ਮਜ਼ਦੂਰਾਂ ਦੇ ਕੋਲ। ਔਰ ਇਹ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ, ਹਾਕਮ ਜਮਾਤਾਂ ਨੇ, ਇਹ ਕੀ ਕਰਦੀਆਂ ਨੇ ਕਿ ਕਦੀ ਕਿਸੇ ਦੇ ਰਾਸ਼ਨ ਕਾਰਡ ਕੱਟ ਦਿੱਤੇ, ਕਦੀ ਪਿੱਛੇ ਜੇ ਤੁਸੀਂ ਪੰਜਾਬ ਦੇ ਵਿੱਚ ਵੀ ਦੇਖਿਆ ਹੋਵੇਗਾ 30% ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਨੇ। ਸੋ ਇਹੋ ਜਿਹੀ ਹਾਲਾਤ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਤੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਇਹੋ ਜਿਹਾ ਹੋਣਾ ਚਾਹੀਦਾ ਕਿ ਚਾਹੇ ਕਿਸੇ ਮਜ਼ਦੂਰ ਕੋਲ ਇਸ ਵੇਲੇ ਉਹਦੇ ਕੋਲ ਰਾਸ਼ਨ ਕਾਰਡ ਹੈ ਜਾਂ ਨਹੀਂ ਹੈ, ਗਰਾਊਂਡ ਰਿਐਲਿਟੀ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇਹਨੂੰ ਅਨਾਜ ਦੀ ਲੋੜ ਆ। ਉਹਨਾਂ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਉਹਨਾਂ ਕੋਲ ਅਨਾਜ ਪੁੱਜਦਾ ਕਰਨਾ ਚਾਹੀਦਾ ਹੈ। ਕਿਤੇ ਇਹ ਨਾ ਹੋਵੇ ਕਿ ਅਸੀਂ ਕਰੋਨਾ ਦੇ ਵਿਰੁੱਧ ਲੜਾਈ ਕਰਦਿਆਂ ਆਪਣਾ ਇੱਕ ਵਰਕਿੰਗ ਕਲਾਸ ਜਿਹੜੀ ਵੱਡੀ ਪੱਧਰ ਤੇ ਕਿਰਤੀ ਜਮਾਤ ਆ, ਕਿਤੇ ਉਹ ਹੀ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਨਾ ਹੋ ਜਾਵੇ, ਕਿਤੇ ਅਸੀਂ ਉਹਦੇ ਤੋਂ ਹੱਥ ਨਾ ਧੋ ਬਈਏ। ਸੋ ਇਸ ਵੇਲੇ ਜ਼ਰੂਰਤ ਉਹਨਾਂ ਦੀਆਂ ਦਵਾਈਆਂ ਦੀ, ਉਹਨਾਂ ਨੂੰ ਭੋਜਨ ਪਹੁੰਚਾਉਣ ਦੀ ਜ਼ਰੂਰਤ ਜਿਹੜੀ ਆ, ਉਹਨਾਂ ਦੇ ਬੱਚੇ ਸਾਂਭਣ ਦੀ ਜ਼ਰੂਰਤ ਜਿਹੜੀ ਆ, ਉਹ ਬਹੁਤ ਵੱਡੇ ਪੱਧਰ ਤੇ ਇਹਦੇ ਵੱਲ ਸਰਕਾਰਾਂ ਨੂੰ ਧਿਆਨ ਦੇ ਕੇ ਮਜ਼ਦੂਰ ਵਰਗ ਨੂੰ ਬਚਾਉਣਾ ਚਾਹੀਦਾ। ਤੁਸੀਂ ਗੱਲ ਕੀਤੀ ਹੈ ਰਾਸ਼ਨ ਦੀ, ਕਿ ਉਹਨਾਂ ਨੂੰ ਜਿਹੜੀ ਰਾਸ਼ਨ ਦੀ ਕੋਈ ਪਹੁੰਚਾ ਰਹੇ ਆ, ਕਈਆਂ ਨਾਲ ਵਿਤਕਰਾ ਵੀ ਇਹਦੇ ਵਿੱਚ ਹੋ ਰਿਹਾ ਹੈ। ਕਿਉਂਕਿ ਬਹੁਤ ਸਾਰੀਆਂ ਆਪਣੀਆਂ ਵੀਡੀਓ ਵਾਇਰਲ ਹੋਈਆਂ ਦੇਖੀਆਂ ਕਿ ਕੋਈ ਕਹਿੰਦਾ ਮੇਰੇ ਕੋਲ ਰਾਸ਼ਨ ਪਹੁੰਚਿਆ ਹੈ, ਕੋਈ ਕਹਿੰਦਾ ਨਹੀਂ ਪਹੁੰਚਿਆ। ਇਹੋ ਜਿਹਾ ਵਿਤਕਰਾ ਵੀ ਹੋ ਰਿਹਾ ਹੈ ਮਜ਼ਦੂਰ ਵਰਗ ਦੇ ਨਾਲ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮਜ਼ਦੂਰ ਵਰਗ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਵੀ ਬਿਲਕੁਲ ਸਹੀ ਆ, ਤੁਸੀਂ ਕਹਿ ਰਹੇ ਹੋ ਕਿ ਹੋ ਰਿਹਾ ਆ। ਕਿਉਂਕਿ ਸਰਕਾਰ ਨੇ ਜਿਹੜਾ ਡਿਸਟ੍ਰੀਬਿਊਸ਼ਨ ਸਿਸਟਮ ਆ ਉਹਦੇ ਵਿੱਚ ਕੋਈ ਪੋਲੀਟੀਕਲ ਬੰਦੇ ਆਪਣੇ ਹਾਕਮ ਜਮਾਤ ਨੇ ਲਾਏ ਹੋਏ ਨੇ, ਔਰ ਉਹਦੇ ਵਿੱਚ ਉਹਨਾਂ ਦੇ ਸਾਹਮਣੇ ਇੱਕ ਸਿਰਫ ਵੋਟ ਬੈਂਕ ਉਹਨੂੰ ਪੱਕਾ ਕਰਨ ਵਾਸਤੇ ਕਰਦੇ ਨੇ, ਔਰ ਬਹੁਤੇ ਤੇ ਮਜ਼ਦੂਰਾਂ ਦੀਆਂ ਵੋਟਾਂ ਹੀ ਨਹੀਂ ਹੈਗੀਆਂ, ਖਾਸ ਤੌਰ ਤੇ ਪ੍ਰਵਾਸੀ ਮਜ਼ਦੂਰਾਂ ਦੀਆਂ। ਹੁਣ ਜਦੋਂ ਵੋਟ ਹੀ ਨਹੀਂ ਹੈਗੀ ਤੇ ਜੇ ਪੋਲੀਟੀਕਲ ਬੰਦੇ ਉਹਨਾਂ ਨੂੰ ਕਦੀ ਵੀ ਸਾਂਭਣਗੇ ਨਹੀਂ, ਕਿਉਂਕਿ ਉਹਨਾਂ ਨੂੰ ਤੇ ਆਪਣੇ ਚੁਣਿੰਦਾ ਬੰਦੇ ਜਿਹੜੇ ਨੇ ਉਹਨਾਂ ਤੱਕ ਰਾਸ਼ਨ ਪਹੁੰਚਾਉਣ ਦੀ ਲੱਗੀ ਹੋਈ ਆ, ਜਾਂ ਫਿਰ ਆਪਣੀਆਂ ਫੋਟੋਆਂ ਲਗਾ ਕੇ ਰਾਸ਼ਨ ਦੇ ਉੱਤੇ ਤੇ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਦੀ ਲੱਗੀ ਹੋਈ ਆ। ਮੈਂ ਨਿਜ਼ਾਮ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਕਿਰਤੀ ਵਰਗ ਆਪਣਾ ਅਨਾਜ ਪੈਦਾ ਕਰਦਾ ਹੈ, ਕਿਰਤੀ ਵਰਗ ਨੇ ਇੰਨੇ ਗੋਦਾਮ ਭਰੇ ਨੇ, ਕਿਰਤੀ ਵਰਗ ਨੇ ਆਪਣੀਆਂ ਫੋਟੋਆਂ ਤੇ ਉਹਦੇ ਤੇ ਲਾਈਆਂ ਨਹੀਂ, ਕਿਸੇ ਸਰਕਾਰ ਨੇ ਕਿਰਤੀ ਵਰਗ ਨੂੰ ਤੇ ਪ੍ਰਮੋਟ ਕੀਤਾ ਨਹੀਂ, ਉਹਨਾਂ ਦੀਆਂ ਤੇ ਫੋਟੋਆਂ ਲਾਈਆਂ ਨਹੀਂ। ਅੱਜ ਉਹਨਾਂ ਦਾ ਹੀ ਅਨਾਜ, ਉਹਨਾਂ ਦਾ ਹੀ ਪੈਦਾ ਕੀਤਾ ਹੋਇਆ ਅਨਾਜ ਜਿਹੜਾ ਹੈ ਉਹ ਆਪਣੀਆਂ ਫੋਟੋਆਂ ਲਾ ਕੇ ਉਹਨਾਂ ਨੂੰ ਹੀ ਵੰਡਿਆ ਜਾ ਰਿਹਾ ਹੈ। ਇਸ ਤੋਂ ਵੱਡੀ ਤਰਾਸਦੀ ਜਿਹੜੀ ਆ ਉਹ ਹੋਰ ਕੋਈ ਨਹੀਂ ਹੋ ਸਕਦੀ। ਜਿਵੇਂ ਹੁਣ ਲਾਕਡਾਊਨ ਹੋਇਆ ਪਿਆ ਹੈ, ਕੁਝ ਦਿਨ ਪਹਿਲਾਂ ਤਰਖਾਣਾ ਕੰਮ ਕਰਨ ਦਾ ਜੋ ਸਰਕਾਰ ਵੱਲੋਂ ਆਰਡਰ ਹੋਇਆ ਕਿ ਉਹ ਕੰਮ ਕਰ ਸਕਦੇ ਆ, ਉਸ ਦੇ ਵਿੱਚ ਮਜ਼ਦੂਰ ਵਰਗ ਵੀ ਆਉਂਦਾ ਹੈ, ਉਹ ਕੰਮ ਕਰਦੇ ਆ, ਪਰ ਫਿਰ ਵੀ ਖੁੱਲ੍ਹ ਕੇ ਕੰਮ ਜੋ ਚੱਲ ਨਹੀਂ ਰਿਹਾ, ਕਿਉਂਕਿ ਪਿੱਛੇ ਮਟੀਰੀਅਲ ਨਹੀਂ ਆ ਰਿਹਾ, ਕਿਸੇ ਤਰੀਕੇ ਦੀਆਂ ਬੜੀਆਂ ਮੁਸ਼ਕਲਾਂ ਆ ਰਹੀਆਂ। ਜੇ ਐਵੇਂ ਹੀ ਚੱਲਦਾ ਰਿਹਾ, ਕਿਉਂਕਿ ਲਾਕਡਾਊਨ ਹੋ ਸਕਦਾ 2 ਮਹੀਨੇ ਚੱਲੇ, ਹੋ ਸਕਦਾ 4 ਮਹੀਨੇ ਚੱਲੇ, ਪਰ ਜੇ ਐਵੇਂ ਹੀ ਚੱਲਦਾ ਰਿਹਾ, ਤੁਹਾਨੂੰ ਕੀ ਲੱਗਦਾ ਕਿ ਮਜ਼ਦੂਰ ਵਰਗ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ? ਦੇਖੋ, ਹਰ ਚੀਜ਼ ਦੇ ਵਿੱਚ ਮਜ਼ਦੂਰ ਵਰਗ ਦਾ ਯੋਗਦਾਨ ਆ। ਕਿਸੇ ਵੀ ਤੁਸੀਂ ਜਿਹੜਾ ਮਾਈਕ ਵੀ ਹੱਥ ਦੇ ਵਿੱਚ ਪਕੜਿਆ ਹੋਇਆ, ਇਹ ਵੀ ਕਿਸੇ ਮਜ਼ਦੂਰ ਨੇ ਹੀ ਬਣਾਇਆ ਹੋਇਆ। ਜਿਹੜੀ ਅਸੀਂ ਕੱਪੜਾ ਪਾਇਆ ਹੋਇਆ, ਸ਼ਰਟ ਪਹਿਨੀ ਹੋਈ ਆ, ਟੇਬਲ ਆ, ਚੇਅਰ ਆ, ਇਹ ਵੀ ਕਿਸੇ ਮਜ਼ਦੂਰ ਦੇ ਹੱਥਾਂ ਨਾਲ ਹੀ ਬਣੀ ਆ। ਮੈਂ ਤਾਂ ਇਹ ਕਹੂੰਗਾ ਕਿ ਮਜ਼ਦੂਰ ਹੀ ਕਿਸੇ ਚੀਜ਼ ਦੀ ਵੈਲਿਊ ਕ੍ਰੀਏਟ ਕਰਦਾ। ਨੇਚਰ ਦੇ ਵਿੱਚ ਬਹੁਤ ਚੀਜ਼ਾਂ ਪਾਈਆਂ ਜਾਂਦੀਆਂ ਨੇ, ਪਰ ਜਿੰਨਾ ਚਿਰ ਤੱਕ ਉਹਦੇ 'ਤੇ ਮਜ਼ਦੂਰ ਦੀ ਮਜ਼ਦੂਰੀ ਨਹੀਂ ਲੱਗਦੀ, ਮਿਹਨਤ ਨਹੀਂ ਲੱਗਦੀ, ਉਹਨਾਂ ਚਿਰ ਤੱਕ ਉਹਦੀ ਵੈਲਿਊ ਕ੍ਰੀਏਟ ਨਹੀਂ ਹੁੰਦੀ। ਸੋ ਵੈਲਿਊ ਕ੍ਰੀਏਸ਼ਨ ਦੇ ਵਿੱਚ ਮਜ਼ਦੂਰ ਵਰਗ ਦਾ ਬਹੁਤ ਜ਼ਿਆਦਾ ਯੋਗਦਾਨ ਆ। ਪਰ ਹਾਲਾਤ ਇਹੋ ਜਿਹੇ ਬਣੇ ਨੇ
ਔਰ ਇਹ ਹਾਲਾਤ ਅੱਜ ਦੇ ਸਮੇਂ ਦੇ ਵਿੱਚ ਮਜ਼ਦੂਰਾਂ ਵਾਸਤੇ ਕਿਉਂ ਬਣੇ ਨੇ? ਕਿਉਂਕਿ ਬੁਨਿਆਦ ਨਹੀਂ ਹੈਗੀ, ਨਹੀਂ ਹੈਗੀ। ਜੇ ਪਹਿਲਾਂ ਬੁਨਿਆਦ ਮਜ਼ਬੂਤ ਹੁੰਦੀ ਤਾਂ ਸ਼ਾਇਦ ਅੱਜ ਮਜ਼ਦੂਰ ਵਰਗ ਨੂੰ ਇੰਨੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਪਰ ਜਿਹੜੇ ਮਜ਼ਦੂਰ ਨੇ ਹੁਣ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤਾਂ ਇਹ ਚਾਹੁੰਦਾ ਹਾਂ ਕਿ ਕਿਸੇ ਵੀ ਖੁਦਾ ਨਾ ਕਰੇ ਇਹੋ ਜਿਹੀ ਜਿਹੜੀ ਆ ਮਹਾਂਮਾਰੀ ਫੇਰ ਕਦੀ ਫੈਲੇ, ਇਹੋ ਜਿਹੀ ਮੁਸ਼ਕਲ ਫੇਰ ਕਦੀ ਆਵੇ, ਪਰ ਫਿਰ ਵੀ ਇਤਿਹਾਸ ਦੇ ਤੌਰ 'ਤੇ ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਜਿੱਥੇ ਵੀ ਸਾਡੇ ਕੋਲ ਸਰਕਾਰੀ ਜ਼ਮੀਨਾਂ ਪਈਆਂ ਨੇ ਅਸੀਂ ਉੱਥੇ ਕੋਈ ਛੋਟੀ EMI ਦੇ ਕੇ ਕੋਈ ਉਹਨਾਂ ਨੂੰ ਛੋਟੇ ਫਲੈਟਸ ਦੇ ਸਕਦੇ ਹਾਂ, ਜਿੱਥੇ ਉਹਨਾਂ ਨੂੰ ਪਤਾ ਲੱਗੇ ਕਿ ਇਹ ਸ਼ੈਲਟਰ ਆ ਸਾਡਾ, ਇਹ ਸਾਡਾ ਘਰ ਆ। ਜੇ 40 ਕਰੋੜ ਮਜ਼ਦੂਰ ਅੱਜ ਘਰਾਂ 'ਚੋਂ ਅੱਜ ਆਪਣੇ ਪਲੇਸ ਆਫ ਵਰਕ ਤੋਂ ਭੱਜ ਕੇ ਦੂਜੇ ਥਾਂ 'ਤੇ ਗਿਆ ਹੈ, ਅਤੇ ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਸਿਕਿਉਰਿਟੀ ਨਹੀਂ ਹੈਗੀ, ਉਹਨਾਂ ਕੋਲ ਉੱਥੇ ਆਪਣਾ ਘਰ ਨਹੀਂ ਹੈਗਾ। ਜੇਕਰ ਅੱਜ ਉਹਨਾਂ ਕੋਲ ਅਜਿਹੇ ਘਰ ਹੁੰਦੇ ਤਾਂ ਸ਼ਾਇਦ ਉਹਨਾਂ ਨੂੰ ਇੰਨੀਆਂ ਮੁਸ਼ਕਲਾਂ ਨਾ ਪੇਸ਼ ਆਉਂਦੀਆਂ, ਉਹ ਵੀ ਲੋਕਡਾਊਨ ਦੇ ਵਿੱਚ ਅੰਦਰ ਬੈਠੇ ਹੁੰਦੇ। ਜੇਕਰ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਉਂਦੀ ਹੈ, ਤੁਸੀਂ ਪੰਜਾਬ ਦੇ ਵਿੱਚ ਮਜ਼ਦੂਰਾਂ ਲਈ ਜਿਵੇਂ ਤੁਸੀਂ ਦੱਸਿਆ ਕਿ ਕਾਫੀ ਮੁਸ਼ਕਲਾਂ ਆ ਰਹੀਆਂ, ਤੁਸੀਂ ਕੀ ਕਰਨਾ ਚਾਹੋਗੇ, ਕੀ ਸੋਚਦੇ ਹੋ ਤੁਸੀਂ? ਦੇਖੋ, ਸਭ ਤੋਂ ਪਹਿਲਾਂ ਤਾਂ ਮਜ਼ਦੂਰ ਦੀ ਜਿਹੜੀ ਕ੍ਰੀਏਟੀਵਿਟੀ ਆ, ਮਜ਼ਦੂਰ ਦੀ ਅਹਿਮੀਅਤ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਤੁਸੀਂ ਆਮ ਹੀ ਦੇਖਿਆ ਹੋਵੇਗਾ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਿ ਲੋਕ ਮਜ਼ਦੂਰ ਸਵੇਰੇ ਸਾਈਕਲ ਦੇ ਉੱਤੇ ਥੋੜ੍ਹੀ ਜਿਹੀ ਪੂਣੇ ਦੇ ਵਿੱਚ ਰੋਟੀ ਬੰਨ੍ਹ ਕੇ ਆ ਜਾਂਦੇ ਨੇ, ਔਰ ਚੌਂਕਾਂ ਦੇ ਵਿੱਚ ਤੁਸੀਂ ਵੱਡੀ ਤਾਦਾਦ ਦੇ ਵਿੱਚ ਮਜ਼ਦੂਰ ਸਵੇਰੇ ਦੇਖਦੇ ਹੋ। ਜੇਕਰ ਕੋਈ ਕਾਰ 'ਤੇ ਜਾਂ ਮੋਟਰਸਾਈਕਲ 'ਤੇ ਕੋਈ ਇਹਨੂੰ 2 ਮਜ਼ਦੂਰ ਘਰ 'ਚ ਜਾਂਦੇ ਆ, ਚਾਹੀਦੇ ਆ, ਉੱਥੇ ਚਲੇ ਜਾਂਦਾ ਹੈ, ਅਤੇ ਉਹਦੇ ਦੁਆਲੇ 20 25 30 40 ਜਣੇ ਝੁਰਮਟ 'ਚ ਆ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਲੋੜ ਹੁੰਦੀ ਆ ਕੰਮ ਦੀ, ਰੁਜ਼ਗਾਰ ਦੀ। ਪਰ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਇਹੋ ਜਿਹੇ ਨੇ ਜਿਹੜੇ ਵਿਚਾਰੇ ਉੱਥੇ ਹੀ ਦੁਪਹਿਰ ਨੂੰ 11 12 ਵਜੇ ਉਹ ਪੂਣੇ 'ਚੋਂ ਰੋਟੀ ਖੋਲ੍ਹਦੇ ਨੇ ਅਤੇ ਖਾ ਕੇ ਅਤੇ ਘਰਾਂ 'ਚ ਚਲੇ ਜਾਂਦੇ ਨੇ ਵਾਪਸ। ਘਰਾਂ ਦੇ ਵਿੱਚ ਮਾਵਾਂ ਭੈਣਾਂ ਬੱਚੇ ਜਿਹੜੇ ਨੇ ਉਹ ਇੰਤਜ਼ਾਰ ਕਰ ਰਹੇ ਹੁੰਦੇ ਨੇ ਕਿ ਸਾਡਾ ਭਰਾ ਜਾਂ ਪੁੱਤ ਜਾਂ ਬਾਪ ਕਿਤੇ ਕੰਮ ਕਰਨ ਵਾਸਤੇ ਗਿਆ ਹੈ। ਜਦੋਂ ਖਾਲੀ ਹੱਥ ਮੁੜਦਾ ਹੈ ਤਾਂ ਫਿਰ ਬੜੀ ਨਿਰਾਸ਼ਾ ਉਹਨਾਂ ਪਰਿਵਾਰਾਂ ਨੂੰ ਹੁੰਦੀ ਆ। ਸੋ ਸਭ ਤੋਂ ਪਹਿਲਾਂ ਲੋੜ ਸਮੇਂ ਦੀ ਇਹ ਵੀ ਆ ਕਿ ਅਸੀਂ ਇਸ ਮਜ਼ਦੂਰ ਵਰਗ ਨੂੰ ਸੰਗਠਿਤ ਖੇਤਰ ਦੇ ਵਿੱਚ ਲਿਆਈਏ, ਔਰਗੇਨਾਈਜ਼ ਕਰੀਏ, ਕਿਉਂਕਿ ਇੱਕ ਸਰਵੇ ਦੇ ਅਨੁਸਾਰ ਭਾਰਤ ਦੇ ਵਿੱਚ ਵੀ ਕਾਫੀ ਲੋਕ, ਕੋਈ 80-85% ਲੋਕ ਅਨਆਰਗੇਨਾਈਜ਼ਡ ਸੈਕਟਰ ਦੇ ਵਿੱਚ ਕੰਮ ਕਰਦੇ ਨੇ, ਜਿਨ੍ਹਾਂ ਵਾਸਤੇ ਕੋਈ ਵੀ ਡਾਟਾ ਨਹੀਂ ਆ। ਉਹ ਘਰੋਂ ਨਿਕਲਦੇ ਨੇ, ਕੰਮ ਮਿਲ ਗਿਆ ਤਾਂ ਠੀਕ ਆ, ਨਹੀਂ ਤਾਂ ਉਸ ਤਰ੍ਹਾਂ ਵਾਪਸ ਆ ਜਾਂਦੇ ਨੇ। ਕਿਤੇ ਉਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੁੰਦੀ ਕਿ ਅੱਜ ਇਹਨਾਂ ਨੂੰ ਕੰਮ ਮਿਲਿਆ ਜਾਂ ਨਹੀਂ ਮਿਲਿਆ। ਸਭ ਤੋਂ ਪਹਿਲਾਂ ਮਜ਼ਦੂਰ ਵਰਗ ਨੂੰ ਔਰਗੇਨਾਈਜ਼ਡ ਖੇਤਰ ਦੇ ਵਿੱਚ ਲਿਆਉਣ ਦੀ ਜ਼ਰੂਰਤ ਆ। ਜੇਕਰ ਸਾਡੇ ਕੋਲ ਸਾਰਾ ਡਾਟਾ ਹੋਏਗਾ, ਫਿਰ ਅੱਗੇ ਵੀ ਉਹਨਾਂ ਦੇ ਨਾਲ ਕੋਈ ਵਧੀਆ ਪਾਲਿਸੀਜ਼ ਬਣਾ ਕੇ ਅਤੇ ਉਹਨਾਂ ਵਾਸਤੇ ਵਧੀਆ ਕੰਮ ਕੀਤਾ ਜਾ ਸਕਦਾ। ਔਰ ਉਹਨਾਂ ਦੇ ਬੱਚੇ ਖਾਸ ਤੌਰ 'ਤੇ ਜਿਹੜੇ ਨੇ, ਉਹਨਾਂ ਵਾਸਤੇ ਵਧੀਆ ਉੱਚਿਤ ਪੜ੍ਹਾਈ ਦੇ ਸੋਰਸਿਸ ਪੈਦਾ ਕੀਤੇ ਜਾ ਸਕਦੇ ਨੇ। ਉਹਨਾਂ ਵਾਸਤੇ ਖਾਸ ਸਕੀਮਾਂ ਦਿੱਤੀਆਂ ਜਾ ਸਕਦੀਆਂ ਨੇ ਤਾਂ ਕਿ ਮਜ਼ਦੂਰ ਵਰਗ ਜਿਹੜਾ ਆ ਉਹ ਵੀ ਇਸ ਦੁਨੀਆ ਦੇ ਵਿੱਚ ਇੱਜ਼ਤਮਾਨ ਦੀ ਜ਼ਿੰਦਗੀ ਜਿਹੜੀ ਆ ਉਹ ਆਪਣੀ ਬਤੀਤ ਕਰ ਸਕੇ। ਅੱਜ ਮਜ਼ਦੂਰ ਦਿਵਸ ਹੈ, ਉਸ ਦੇ ਸੰਬੰਧ ਦੇ ਵਿੱਚ ਤੁਸੀਂ ਸਮੁੱਚੇ ਮਜ਼ਦੂਰਾਂ ਨੂੰ ਆਪਣੇ ਵੱਲੋਂ ਕੋਈ ਖਾਸ ਸੁਨੇਹਾ, ਕੋਈ ਖਾਸ ਸੰਦੇਸ਼ ਦੇਣਾ ਚਾਹੁੰਦੇ ਹੋ? ਸੰਦੇਸ਼ ਮਜ਼ਦੂਰ ਵਰਗ ਨੂੰ, ਮਜ਼ਦੂਰ ਵਰਗ ਤਾਂ ਔਰਗੇਨਾਈਜ਼ਡ ਹੀ ਨਹੀਂ ਹੈਗਾ। ਸਭ ਤੋਂ ਵੱਡੀ ਗੱਲ ਇਹ ਆ ਕਿ ਕਾਰਲ ਮਾਰਕਸ ਨੇ ਕਿਹਾ ਸੀਗਾ ਕਿ ਵਰਕਰਸ ਆਫ ਦਾ ਵਰਲਡ ਯੂਨਾਈਟ, ਯੂ ਹੈਵ ਨਥਿੰਗ ਟੂ ਲੂਜ਼ ਬਟ ਯੂਅਰ ਚੇਨਸ। ਕਿ ਦੁਨੀਆ ਭਰ ਦੇ ਮਜ਼ਦੂਰੋ ਇਕੱਠੇ ਹੋ ਜਾਓ, ਤੁਹਾਡੇ ਕੋਲ ਆਪਣੀਆਂ ਜੰਜੀਰਾਂ ਤੜਵਾਉਣ ਤੋਂ ਇਲਾਵਾ ਕੁਝ ਵੀ ਨਹੀਂ ਆ, ਕੁਝ ਵੀ ਨਹੀਂ ਆ ਮਜ਼ਦੂਰ ਵਰਗ ਕੋਲ। ਅੱਜ ਬੜੀ ਦੁਰਦਸ਼ਾ ਹੈ ਮਜ਼ਦੂਰ ਵਰਗ ਦੀ। ਸੋ ਮਜ਼ਦੂਰ ਵਰਗ ਆਪਣੀ ਲੜਾਈ ਜਿਹੜੀ ਆ ਇਹ ਔਰਗੇਨਾਈਜ਼ਡ ਹੋ ਕੇ ਹੀ ਲੜ ਸਕਦਾ ਹੈ, ਸੰਗਠਿਤ ਹੋ ਕੇ ਹੀ ਲੜ ਸਕਦਾ ਹੈ। ਜੇਕਰ ਮਜ਼ਦੂਰ ਵਰਗ ਅੱਜ ਸੰਗਠਿਤ ਨਾ ਹੋਇਆ ਤਾਂ ਫਿਰ ਮਈ ਦਿਵਸ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ, ਕਾਗਜ਼ਾਂ ਦੇ ਸ਼ਿੰਗਾਰ ਬਣ ਜਾਣਗੇ। ਸੋ ਜਿਹੜੀਆਂ 8 ਘੰਟੇ ਦਾ ਸਮਾਂ ਨਿਸ਼ਚਿਤ ਕਰਾਇਆ ਸੀਗਾ ਸ਼ਿਕਾਗੋ ਦੇ ਵਿੱਚ ਮਜ਼ਦੂਰ ਵਰਗ ਨੇ ਸੰਗਠਿਤ ਹੋ ਕੇ, ਅੱਜ ਕੋਸ਼ਿਸ਼ਾਂ ਜਾਰੀ ਨੇ ਕਿ ਅੱਜ ਉਹ ਵੀ ਉਹਨਾਂ ਕੋਲੋਂ ਖੋਇਆ ਜਾਏਗਾ ਜੇਕਰ ਇਹ ਮਜ਼ਦੂਰ ਵਰਗ ਅੱਜ ਸੰਗਠਿਤ ਨਾ ਹੋਇਆ ਤੇ। ਸੋ ਮਜ਼ਦੂਰ ਵਰਗ ਨੂੰ ਹੱਥ ਜੋੜ ਕੇ ਸਾਰੇ ਭੈਣ ਭਰਾਵਾਂ ਨੂੰ ਇਹੋ ਹੀ ਬੇਨਤੀ ਆ ਕਿ ਸੰਗਠਿਤ ਹੋਵੋ, ਆਪਣਾ ਸੰਘਰਸ਼ ਕਰੋ। ਸੰਘਰਸ਼ ਕਰਕੇ ਹੀ ਹਾਕਮ ਜਮਾਤਾਂ ਜਿਹੜੀਆਂ ਨੇ ਇਹ ਕਿਸੇ ਵਾਸਤੇ ਕੁਝ ਛੱਡਦੀਆਂ ਨੇ। ਸੋ ਮੇਰੀ ਸਾਰੇ ਮਜ਼ਦੂਰ ਵਰਗ ਨੂੰ ਅੱਜ ਦੇ ਦਿਨ ਦਿਲੋਂ ਸਲਾਮ, ਸਲੂਟ ਕਰਦਾ ਮੈਂ, ਕਿਉਂਕਿ ਇਹਨਾਂ ਨੇ ਬਹੁਤ ਵੱਡੀ, ਇਹਨਾਂ ਦਾ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਔਰ ਸਰਕਾਰਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੀਆਂ ਸਮੱਸਿਆਵਾਂ ਵੱਲ ਖਾਸ ਤੌਰ 'ਤੇ
ਧਿਆਨ ਦੇ ਕੇ ਇਹਨਾਂ ਨੂੰ ਇੱਕ ਵਧੀਆ ਜ਼ਿੰਦਗੀ ਜਿਉਣ ਦੀ ਜਿਹੜੀ ਆ ਉਹ ਵੀ ਇੱਕ ਇਹਨਾਂ ਦੇ ਮਨ ਦੇ ਵਿੱਚ ਜਿਹੜੀ ਭਾਵਨਾ ਰਹਿ ਗਈ ਆ। ਸੋ ਉਹਨਾਂ ਨੂੰ ਸਰਕਾਰਾਂ ਪੂਰੀਆਂ ਕਰਨ। ਸਾਨੂੰ ਵੀ ਚਾਹੀਦਾ ਕਿ ਅਸੀਂ ਲੇਬਰ ਮਜ਼ਦੂਰਾਂ ਦੇ ਪ੍ਰਤੀ, ਮਜ਼ਦੂਰ ਦੇ ਪ੍ਰਤੀ ਡਿਗਨਿਟੀ ਆਫ ਲੇਬਰ ਰੱਖੀਏ। ਅੱਜ ਬਹੁਤੇ ਬੰਦਿਆਂ ਦੇ ਮਨਾਂ ਦੇ ਵਿੱਚ ਇਹ ਆ ਕਿ ਛੋਟੇ ਪੱਧਰ ਦਾ ਕੰਮ ਕਰਦਾ ਹੈ ਜਾਂ ਸਫਾਈ ਦਾ ਕਰਮਚਾਰੀ ਸਫਾਈ ਦਾ ਕੰਮ ਕਰਦਾ ਹੈ, ਲੋਕਾਂ ਦੇ ਵਿੱਚ ਨਹੀਂ ਹੈਗਾ। ਪਰ ਅੱਜ ਤੁਸੀਂ ਦੇਖ ਲਓ ਕਿ ਅੱਜ ਜੇਕਰ ਕਿਸੇ ਦੇ ਘਰ ਕੋਈ ਕੰਮ ਨਹੀਂ ਹੋ ਰਹੇ ਤੇ ਅੱਜ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਮਜ਼ਦੂਰ ਦੀ ਅਹਿਮੀਅਤ ਕੀ ਆ। ਸੋ ਮਜ਼ਦੂਰ ਦੀ ਅਹਿਮੀਅਤ ਦਾ ਲੋਕਾਂ ਨੂੰ ਪਤਾ ਲੱਗ ਰਿਹਾ ਔਰ ਮਜ਼ਦੂਰ ਨੂੰ ਆਪਣੀ ਅਹਿਮੀਅਤ ਸਮਝਣੀ ਚਾਹੀਦੀ ਆ ਔਰ ਸਮਝ ਕੇ ਸੰਗਠਿਤ ਹੋ ਕੇ ਸੰਘਰਸ਼ ਕਰਨਾ ਚਾਹੀਦਾ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਇਸ ਸਨ ਸਰਦਾਰ ਹਰਭਜਨ ਸਿੰਘ ETO, ਜੋ ਕਿ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਨੇ ਔਰ ਆਪ ਸਭ ਨੂੰ ਪਤਾ ਹੈ ਕਿ ਇਹਨਾਂ ਨੇ ਜੋ ਆਮ ਆਦਮੀ ਪਾਰਟੀ ਵੱਲੋਂ ਜੰਡਿਆਲਾ ਗੁਰੂ ਹਲਕੇ ਤੋਂ ਚੋਣ ਲੜੀ ਹੈ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ। ਇੱਥੇ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।